ਸਾਹਿਬ ਤੁਹਾਡਾ ਬੱਚਿਓ, ਅਸੀਂ ਰੋਜ਼ ਅਰਦਾਸ ਵਿੱਚ ਕੀ ਮੰਗਦੇ ਹਾਂ? ਨਾਨਕ ਨਾਮ ਚੜ੍ਹਦੀ ਕਲਾ। ਕੀ ਮਤਲਬ ਹੈ ਉਸਦਾ? ਸਾਰਿਆਂ ਦਾ ਭਲਾ ਮੰਗਦੇ ਹਾਂ ਅਸੀਂ। ਸਤਿਗੁਰੂ ਜੀ ਬਾਣੀ 'ਚ ਫਰਮਾਨ ਕਰਦੇ ਨੇ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨੇ ਆਏ। ਇਹ ਨਹੀਂ ਕਿ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਜਾਂ ਕਿ ਛੋਟੀ ਜਾਤ ਦਾ ਹੈ, ਵੱਡੀ ਜਾਤ ਦਾ ਹੈ। ਸਗਲ ਸੰਗ ਹਮਕੋ ਬਨੇ ਆਏ, ਸਾਰਿਆਂ ਨਾਲ ਸਾਡਾ ਪਿਆਰ ਹੋਣਾ ਚਾਹੀਦਾ ਹੈ। ਅਤੇ ਅਸੀਂ ਰੋਜ਼ ਮੰਗਦੇ ਹਾਂ ਅਰਦਾਸ ਵਿੱਚ, ਰੋਜ਼ ਅਰਦਾਸ ਹੁੰਦੀ ਹੈ, ਸਵੇਰੇ ਵੀ ਸ਼ਾਮੀ ਵੀ। ਕੀ ਮੰਗਦੇ ਹਾਂ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਅਤੇ ਜਿੱਥੇ ਅਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪਮੈਂਟ ਕਰਨੀ ਹੈ, ਆਪਣੇ ਆਪ ਨੂੰ ਨਿਖਾਰਨਾ ਹੈ, ਅਤੇ ਉਹਦੇ ਵਿੱਚ ਇਹ ਚੀਜ਼ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰਿਆਂ ਦਾ ਭਲਾ ਮੰਗਣਾ ਹੈ, ਸਾਰਿਆਂ ਵਾਸਤੇ ਅੱਛਾ ਸੋਚਣਾ ਹੈ। ਸਹੀ ਇਨਸਾਨ ਉਹੀ ਹੈ, ਅਸਲ ਵਿੱਚ ਉਹੀ ਇਨਸਾਨ ਹੈ ਜਿਹੜਾ ਸਾਰਿਆਂ ਦਾ ਭਲਾ ਮੰਗਦਾ ਹੈ। ਨਹੀਂ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ। ਫਿਰ ਕਰਤੂਤਾ ਸਾਡੀ ਪਸ਼ੂਆਂ ਵਾਲੀ ਕਹਾਉਂਦੇ ਅਸੀਂ ਹਾਂ ਕਿ ਅਸੀਂ ਇਨਸਾਨ ਹਾਂ। ਇਨਸਾਨ ਉਹੀ ਹੈ ਜਿਹੜਾ ਸਾਰਿਆਂ ਦਾ ਭਲਾ ਮੰਗਦਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਰਦਾਰ ਸੁਚਵੰਤ ਸਿੰਘ ਜੀ, ਰਿਟਾਇਰਡ ਡਾਇਰੈਕਟਰ ਐਗਰੀਕਲਚਰ, ਉਹ ਤੁਹਾਨੂੰ ਦੱਸਣਗੇ ਕਿ ਸਿੱਖ ਯੂਥ ਦੀ ਕੀ ਪ੍ਰੋਬਲਮਸ ਹੈ ਅਤੇ ਉਹਨਾਂ ਦੇ ਸੋਲਿਊਸ਼ਨਸ ਕੀ ਨੇ। ਉਹਨਾਂ ਦਾ ਟੌਪਿਕ ਹੈ ਪ੍ਰੋਬਲਮਸ ਆਫ ਸਿੱਖ ਯੂਥ ਐਂਡ ਦੇਅਰ ਸੋਲਿਊਸ਼ਨਸ। ਸਤਿਕਾਰਯੋਗ ਸਰਦਾਰ ਸੁਚਵੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਤੋਂ ਪਹਿਲਾਂ ਕਿ ਕੁਝ ਜੋ ਮੈਨੂੰ ਡਿਊਟੀ ਲੱਗੀ ਹੈ ਉਹਦੇ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਸਭ ਤੋਂ ਪਹਿਲੀ ਗੱਲ ਇਹ ਕਿ ਇੱਥੇ ਆ ਕੇ ਬੱਚਿਆਂ ਨੂੰ ਦੇਖ ਕੇ ਅਤੇ ਤੁਹਾਡਾ ਜਿਹੜਾ ਮਕਸਦ ਹੈ, ਜਿਸ ਓਬਜੈਕਟਿਵ ਨੂੰ ਲੈ ਕੇ ਤੁਸੀਂ ਕਰ ਰਹੇ ਹੋ, ਦੇਖ ਕੇ ਮੈਨੂੰ ਜ਼ਾਤੀ ਤੌਰ 'ਤੇ ਅਤਿਅੰਤ ਖੁਸ਼ੀ ਹੋਈ ਹੈ। ਮੈਂ ਤੁਹਾਡੀ ਸੁਸਾਇਟੀ ਨੂੰ, ਤੁਹਾਡੇ ਸਾਰੇ ਲੋਕਾਂ ਨੂੰ ਜਿਹੜੇ ਜੁੜੇ ਦੇ ਉਸ ਨਾਲ, ਉਸ ਕੰਮ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈ। ਕਿਉਂਕਿ ਕੁਛ ਦੇਰ ਰਿਟਾਇਰਮੈਂਟ ਤੋਂ ਬਾਅਦ ਜ਼ਿਆਦਾਤਰ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਲੋਕ ਜਿਹੜੀਆਂ ਨੌਕਰੀਆਂ ਕਰ ਆਏ ਹਾਂ, ਸਰਵਿਸਿਜ਼ ਕਰ ਆਏ ਹਾਂ, ਇਸ ਤੋਂ ਬਾਅਦ ਅਗਰ ਅਸੀਂ ਆਪਣੇ ਕੌਮ ਲਈ, ਆਪਣੇ ਸਮਾਜ ਲਈ ਕੁਝ ਕਰ ਸਕੀਏ ਅਤੇ ਮੈਂ ਸਮਝਦਾ ਸਾਂ ਕਿ ਇਸ ਤੋਂ ਵੱਡਾ ਕੋਈ ਕੰਮ ਹੋ ਨਹੀਂ ਸਕਦਾ। ਪਰ ਜਿੱਥੇ ਵੀ ਅਟੈਂਪਟ ਕੀਤੀ ਗਈ, ਜਿੱਥੇ ਵੀ ਕੋਸ਼ਿਸ਼ ਕੀਤੀ ਗਈ, ਉੱਥੇ ਸੁਪਰਫਿਸ਼ੀਅਲ ਚੀਜ਼ਾਂ ਜ਼ਿਆਦਾ ਮਿਲੀਆਂ, ਲੇਕਿਨ ਜਿਹੜੀ ਸੱਚਾਈ ਸੀ, ਅਸਲੀਅਤ ਸੀ, ਉਹ ਬਿਲਕੁਲ ਦੂਰ ਰਹੀ। ਫਿਰ ਵੀ ਅੱਛਾ ਕਿ ਘੱਟੋ ਘੱਟ ਤੁਸੀਂ ਕੋਸ਼ਿਸ਼ ਲੱਗੇ ਦੇ ਹੋ, ਕਰਦੇ ਹੋ। ਮੈਂ ਹੁਣ ਹੀ ਤੁਹਾਡਾ ਇਹ ਬੈਨਰ ਦੇਖ ਰਿਹਾ ਸਾਂ। ਖੈਰ, ਇਹਦੇ 'ਚ ਪਹਿਲਾਂ ਵੀ 2-4 ਅਟੈਂਪਟਾਂ ਅਸੀਂ ਕੀਤੀਆਂ, ਸਾਨੂੰ ਥੋੜ੍ਹੀ ਸਕਸੈਸ ਵੀ ਮਿਲੀ। ਜਿਹੜੇ ਵੀਰ ਗੁਰਦੁਆਰੇ ਨਾਲ ਜੁੜੇ ਦੇ ਨੇ ਜਾਂ ਕੁਝ ਹਨ, ਉਹਨਾਂ ਨੂੰ ਇਹ ਯਾਦ ਹੋਣਾ ਹੈ ਕਿ ਅਸੀਂ ਪਹਿਲੀ ਵਾਰੀ ਕੋਸ਼ਿਸ਼ ਕਰਕੇ ਇੱਕ ਕੰਪਿਊਟਰ ਸੈਂਟਰ ਖੋਲ੍ਹਿਆ ਨਾਲ। ਕੰਪਿਊਟਰ ਉਸ ਵਕਤ ਨਵੇਂ ਆਏ ਸੀ, ਲੋਕਾਂ ਨੂੰ ਇਤਨੀ ਹੈ ਨਹੀਂ ਸੀ, ਲੋਕ ਕੰਪਿਊਟਰ ਘਰ ਰੱਖਦੇ ਨਹੀਂ ਸਨ। ਅੱਜ ਲੈਪਟਾਪ ਕੰਪਿਊਟਰ ਲੋਕਾਂ ਕੋਲ, ਮੋਬਾਈਲ ਐਸੇ ਨੇ ਕਿ ਸ਼ਾਇਦ ਉਹਦੀ ਵੀ ਜ਼ਰੂਰਤ ਬੜੀ ਘੱਟ ਪੈਂਦੀ ਹੈ। ਉਹਦੀ ਜਿਸ ਦਿਨ ਉਦਘਾਟਨ ਕੀਤਾ ਸੀ ਸੈਂਟਰ ਦਾ, ਉਸ ਦਿਨ ਤੋਂ ਲੈ ਕੇ ਜਦ ਤੱਕ ਉਹ ਚੱਲਦਾ ਰਿਹਾ, ਉਹਦੇ 'ਚ ਅਸੀਂ ਇਤਨੀ ਜ਼ਬਰਦਸਤ ਕੋਸ਼ਿਸ਼ ਕੀਤੀ ਕਿ ਅਸੀਂ ਬਜਾਏ ਤੇ ਕਿ ਖੜਪੰਚਾਂ ਨੂੰ ਇਨਵਾਲਵ ਕਰੀਏ, ਅਸੀਂ ਟੈਕਨੀਕਲ ਲੋਕਾਂ ਨੂੰ ਇਨਵਾਈਟ ਕਰਕੇ, ਲੋਕਾਂ ਨੂੰ ਲਿਆ ਕੇ ਉਹਨੂੰ ਚਲਾਈਏ, ਤਾਂ ਕਿ ਉਹ ਇਸ ਤਰੀਕੇ ਨਾਲ ਚੱਲੇ ਕਿ ਜਿਸ ਮਕਸਦ ਲਈ ਇਹ ਖੋਲ੍ਹਿਆ ਗਿਆ ਉਹਦਾ ਫਾਇਦਾ ਸਾਡੇ ਬੱਚਿਆਂ ਨੂੰ ਹੋਏ। ਔਰ ਇਹ ਮੈਨੂੰ ਉਸ ਵਕਤ ਦੇਖ ਕੇ ਬੜੀ ਖੁਸ਼ੀ ਹੋਈ ਸੀ ਕਿ ਉੱਥੋਂ ਜਿਹੜੇ ਬੱਚੇ ਕੋਰਸ ਕਰਕੇ ਗਏ, ਕਿਉਂਕਿ ਇਨਵੀਟੇਸ਼ਨ ਜਿਹੜੇ ਦੇਣ ਦੀ ਵਾਰੀ ਆਈ ਅਤੇ 2-4 ਨਾਂ ਸੁਜੈਸਟ ਕੀਤੇ ਗਏ। ਹਾਲਾਂਕਿ ਮੈਂ ਟਾਪਿਕ ਤੋਂ ਜ਼ਰਾ ਬਾਹਰ ਬੋਲ ਰਿਹਾ, ਭਾਈ ਉਹਨੂੰ ਬੁਲਾਇਆ ਜਾਏ, ਭਾਈ ਅੱਜ ਉਦਘਾਟਨ ਕਰਨਾ ਹੈ। ਤਾਂ ਉਹਦਾ ਮੈਂ ਆਖਿਆ ਜੀ, ਨਾ ਤਾਂ ਕਿਸੇ ਨੇ ਸਾਡੇ ਲੀਡਰਾਂ 'ਚੋਂ, ਨਾ ਸਾਡੇ ਸੰਤਾਂ 'ਚੋਂ, ਨਾ ਸਾਡੇ ਮਹੰਤਾਂ 'ਚੋਂ, ਨਾ ਦੂਸਰੇ 'ਚੋਂ ਕਿਸੇ ਨੇ ਕੰਪਿਊਟਰ ਨਹੀਂ ਜੇ ਪੜ੍ਹਿਆ ਦਾ।
ਤੁਸੀਂ ਐਸੇ ਟੈਕਨੀਕਲ ਬੰਦੇ ਨੂੰ ਬੁਲਾਓ ਜਿਹੜਾ ਆ ਕੇ ਦੱਸ ਸਕੇ ਕੰਪਿਊਟਰ ਕੀ ਚੀਜ਼ ਹੈ ਤੇ ਅੱਗੇ ਸਾਨੂੰ ਇਹਦੀ ਹੈਲਪ ਦੇ ਸਕੇ। ਨਤੀਜਾ ਇਹ ਹੋਇਆ ਕਿ ਮੈਂ ਪ੍ਰਪੋਜ਼ ਕੀਤਾ ਕਿ ਅਸੀਂ ਵਾਈਸ ਚਾਂਸਲਰ ਜੰਮੂ ਯੂਨੀਵਰਸਿਟੀ ਨੂੰ ਬੁਲਾਉਂਦੇ ਹਾਂ। ਉਹ ਕਹਿਣਗੇ ਉਹ ਆਉਣਗੇ। ਮੈਂ ਕਿਹਾ ਯਾਰ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਡਿਸਕਸ ਹੋ ਜਾਂਦੇ। ਮੈਂ ਕਿਹਾ ਇੱਕ ਵਾਈਸ ਚਾਂਸਲਰ ਤੇ ਜੰਮੂ ਯੂਨੀਵਰਸਿਟੀ ਦਾ ਆਏਗਾ ਨਹੀਂ ਆਏਗਾ, ਉਹ ਤੇ ਰਿਕੁਐਸਟ ਕਰਕੇ ਦੇਖਾਂਗੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਯੂਨੀਵਰਸਿਟੀ ਸਮਝ ਲਓ ਇੱਕ ਤੇ ਵਾਈਸ ਚਾਂਸਲਰ ਮੈਂ ਤੁਹਾਨੂੰ ਜੇਲ੍ਹ ਤੋਂ ਕੱਢ ਕੇ ਦੇ ਦਾਂ, ਕਿਉਂਕਿ ਇੱਥੇ ਐਗਰੀਕਲਚਰ ਯੂਨੀਵਰਸਿਟੀ ਸੀ। ਮੈਨੂੰ ਪਤਾ ਸੀ ਮੈਂ ਜਿਸੇ ਉਹਦੇ ਕੋਲ ਜਾਵਾਂਗਾ ਤੇ ਮੈਨੂੰ ਫੜ ਕੇ ਵੀ ਲਿਆਂਗੇ। ਅਸੀਂ ਚਲੇ ਗਏ ਮੱਟੂ ਸਾਹਿਬ ਸੀ। ਮੱਟੂ ਸਾਹਿਬ ਕੋਲ ਜਿਹੜੇ ਅਸੀਂ ਗਏ, ਬੱਚਿਆਂ ਨੂੰ ਸ਼ਾਇਦ ਥੋੜ੍ਹਾ ਪਤਾ ਨਹੀਂ ਇੰਟਰਸਟ ਲੱਗੇ ਇਸ ਗੱਲ ਦਾ ਕਿ ਨਹੀਂ, ਉਹ ਮੰਨ ਗਏ। ਕਹਿਣ ਲੱਗੇ ਕੋਈ ਕੰਟਰੋਵਰਸੀ ਤਾਂ ਨਹੀਂ ਹੋਗੀ। ਮੈਂ ਕਿਹਾ ਕੰਟਰੋਵਰਸੀ ਕਿਆ, ਬੱਚਿਆਂ ਵਾਸਤੇ ਕਰਨਾ, ਬੱਚਿਆਂ ਦਾ ਕੰਮ ਹੈ, ਨਵੀਂ ਸਾਇੰਸ ਆ ਰਹੀ ਹੈ, ਇਸ ਤੋਂ ਬੱਚਿਆਂ ਨੂੰ ਫਾਇਦਾ ਹੋਏਗਾ। ਮੰਨ ਗਿਆ। ਰਾਤੀ ਉਹਦੇ ਕੋਲ ਸਾਡੇ ਹੀ ਬੰਦੇ ਚਲੇ ਗਏ ਜੀ, ਤੁਸੀਂ ਕਿਹੜੀ ਪੰਗੇ 'ਚ ਫਸ ਗਏ ਜੀ, ਉੱਥੇ ਤਾਂ ਇਹ ਹੋ ਜਾਏਗਾ ਇੱਥੇ ਹੋਏਗਾ। ਉਹ ਟੈਲੀਫੋਨ ਰਾਤੀ ਮੈਨੂੰ ਕਰਨ ਲੱਗਾ ਜੀ ਇੱਥੇ ਤਾਂ ਇਹ ਗੱਲ ਹੈ। ਮੈਂ ਕਿਹਾ ਤੁਸੀਂ ਚੁੱਪ ਕਰਕੇ ਆਓ ਨਾ, ਅਸੀਂ ਉੱਥੇ ਖੜ੍ਹੇ ਹਾਂ, ਮਜ਼ਾਕ ਕੁਛ ਹੋਏ। ਆਇਆ ਨਾਲ ਆਪਣਾ ਜਿਹੜੇ ਕੰਪਿਊਟਰ ਦਾ ਸਪੈਸ਼ਲਿਸਟ ਸੀ ਪ੍ਰੋਫੈਸਰ, ਉਹਨੂੰ ਵੀ ਨਾਲ ਲਿਆਇਆ। ਉਹਨੇ ਉਦਘਾਟਨ ਕੀਤਾ ਅਤੇ ਨਾਲ ਜਾਣਿਆ ਦੋ ਗੱਲਾਂ ਕਹਿ ਗਿਆ ਕਿ ਦੋ ਕੰਪਿਊਟਰ ਜਿਹੜੇ ਮੇਰੀ ਯੂਨੀਵਰਸਿਟੀ ਦੀ ਤਰਫੋਂ ਤੁਹਾਨੂੰ ਦਿੱਤੇ, ਇਹ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਆਉਂਦੇ ਰਹਿਣਗੇ, ਤੁਸੀਂ ਇਹਨਾਂ ਕੋਲੋਂ ਗਾਈਡੈਂਸ ਲਓ ਅਤੇ ਆਪਣੇ ਜਿਹੜਾ ਸੈਂਟਰ ਹੈ ਇਸਨੂੰ ਸਾਡੇ ਨਾਲ ਰਜਿਸਟਰ ਕਰਾ ਦਿਓ ਤਾਂ ਕਿ ਤੁਹਾਡਾ ਡਿਪਲੋਮਾ ਜਿਹੜਾ ਬੱਚਿਆਂ ਦੇ ਕੰਮ ਆਏ। ਉਹ ਐਸਾ ਹੀ ਹੋਇਆ। ਉਹ 2-3 ਸਾਲ ਬੜੀ ਅੱਛੀ ਤਰ੍ਹਾਂ ਚੱਲਦਾ ਰਿਹਾ। 4 ਸਾਲ ਬਹੁਤ ਸਾਰੀਆਂ ਮੀਟਿੰਗਾਂ, ਸ਼ਾਇਦ ਰਜਿੰਦਰ ਜੀ ਵੀ ਉੱਥੇ ਸ਼ਾਇਦ ਹੋਏ ਹੋਣੇ ਉਸ ਵੇਲੇ। ਮੈਂ ਪ੍ਰਪੋਜ਼ ਕੀਤਾ ਬਈ ਅਗਰ ਕੀਤਾ ਸੀ ਇਹਦਾ ਬੱਚਿਆਂ ਨੂੰ ਫਾਇਦਾ ਹੋਇਆ ਤਾਂ ਤੁਸੀਂ, ਕਿਉਂਕਿ ਇਹ ਅਪਰਚੂਨਿਟੀਜ਼ ਦੀ ਗੱਲ ਹੈ, ਇਹ ਚੈਲੰਜਸ ਦੀ ਗੱਲ ਹੈ, ਭਈ ਤੁਸੀਂ ਇਹਨੂੰ ਐਕਸਪੈਂਡ ਕਰੋ। ਕੀ ਐਕਸਪੈਂਡ ਕਰੀਏ? ਮੈਂ ਕਿਹਾ ਕੰਪਿਊਟਰ ਸਾਇੰਸ ਚੱਲ ਰਹੀ ਹੈ, ਉਹਦੇ ਬੱਚੇ ਚਲੇ ਗਏ, ਉਹਨਾਂ ਨੇ ਸਾਈਬਰ ਕਾਫੇ ਖੋਲ੍ਹ ਰਹੇ, ਦੂਸਰੇ ਖੋਲ੍ਹ ਰਹੇ। ਕਈ ਬੱਚੇ ਨੇ ਜਾਣਦੇ ਵੀ ਨਹੀਂ, ਕਦੇ ਕਦੇ ਜਾਂਦੇ ਹਾਂ ਤਾਂ ਕਹਿੰਦੇ ਆਏ ਨੇ ਸਰਦਾਰ ਸਾਹਿਬ ਨੇ ਸਾਡੀ ਉੱਥੇ ਬੜੀ ਮਦਦ ਕੀਤੀ ਸੀ। ਖੈਰ ਨਹੀਂ ਆਓ, ਉਹ ਚਲੇ ਅੱਜ ਆਪਣੀ ਰੋਜ਼ੀ ਕਮਾਉਣ ਜੋਗੇ। ਇਸੀ ਤਰ੍ਹਾਂ ਦੇ ਅਸੀਂ ਕੁਝ ਕਰਦੇ। ਮੈਂ ਹੁਣ ਇੱਥੇ ਦੇਖ ਰਿਹਾ ਸਾਂ ਤੁਹਾਡੇ ਜਿਹੜੇ ਤੁਸੀਂ ਆਪਣੇ ਪ੍ਰੋਗਰਾਮ ਲਿਖੇ ਦੇ ਨੇ, ਉਹਦੇ 'ਚ ਇੱਕ ਕੈਰੀਅਰ ਕਾਉਂਸਲਿੰਗ ਦਾ ਪ੍ਰੋਗਰਾਮ ਹੈ। ਬਾਕੀ ਤਾਂ ਖੈਰ ਹੈ ਨਹੀਂ, 2-4 ਜਿਹੜੇ ਹਨ ਸੋ ਹਨ। ਇਸ ਕੈਰੀਅਰ ਕਾਉਂਸਲਿੰਗ ਵਾਸਤੇ ਮੈਂ ਅਤੇ ਸਰਦਾਰ ਜਗਜੀਤ ਸਿੰਘ ਪਿਛਲੇ 2-2.5-3 ਸਾਲ ਤੋਂ ਜ਼ਬਰਦਸਤ ਕੋਸ਼ਿਸ਼ ਕਰਦੇ ਰਹੇ, ਲੇਕਿਨ ਸਾਨੂੰ ਕਾਮਯਾਬੀ ਨਹੀਂ। ਦੇਖੋ ਸਾਡੇ ਕੋਲ ਗੁਰਦੁਆਰੇ ਹਨ, ਸਾਡੇ ਕੋਲ ਜਗ੍ਹਾ ਹਨ, ਅਸੀਂ ਐਸਾ ਇੱਕ ਸੈਂਟਰ ਕਿਉਂ ਨਾ ਖੋਲ੍ਹ ਲਈਏ ਜਿੱਥੇ ਸਾਡੇ ਬੱਚੇ, ਜਿੱਥੇ ਸਾਡਾ ਯੂਥ ਜਿਹੜਾ ਹੈ ਜਿਸਨੇ ਮਰਜ਼ੀ, ਚਾਹੇ ਗਾੜੀਗੜ੍ਹ ਤੋਂ, ਚਾਹੇ ਆਰਸਪੁਰਾ ਤੋਂ, ਚਾਹੇ ਕਠੂਏ ਤੋਂ, ਚਾਹੇ ਪੁੰਛ ਤੋਂ, ਚਾਹੇ ਟੈਲੀਫੋਨ ਕਰੇ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ, ਮੈਨੂੰ ਇਹ ਪ੍ਰੋਬਲਮ ਹੈ, ਮੈਨੂੰ ਦੱਸੋ ਕਿਸ ਤਰ੍ਹਾਂ ਕਰਾਂ। ਮੈਂ ਸਕਾਲਰਸ਼ਿਪ ਲੈਣਾ ਸੀ ਬੁਨਿਆਦੀ ਦਾ, ਮੈਨੂੰ ਮਿਲ ਨਹੀਂ ਰਿਹਾ, ਦੱਸੋ ਕਿਉਂ ਨਹੀਂ ਮਿਲ ਰਿਹਾ। ਅਤੇ ਉਹ ਕੈਰੀਅਰ ਕਾਉਂਸਲਿੰਗ ਸੈਂਟਰ ਉਸ ਨੂੰ ਗਾਈਡ ਕਰੇ। ਮੈਂ ਫਲਾਣੀ ਜਗ੍ਹਾ ਨੌਕਰੀ ਕਰਨ ਜਾਣਾ, ਮੈਨੂੰ ਨੌਕਰੀ ਵਿੱਚ ਇਸ ਵਿੱਚ ਇਹ ਪ੍ਰੋਬਲਮ ਆ ਰਹੀ ਹੈ, ਮੈਨੂੰ ਦੱਸੋ ਮੈਂ ਕਿਸ ਤਰ੍ਹਾਂ ਕਰਾਂ। ਪਰ ਬਦਕਿਸਮਤੀ ਹੈ, ਸਾਰਾ ਕੁਝ ਹੋਣ ਦੀ ਐਸਾ ਨਹੀਂ ਕਿ ਗੁਰਦੁਆਰੇ ਦੀ ਜਗ੍ਹਾ ਨਹੀਂ, ਬੜੀ ਵੱਡੀ ਸਾਡੇ ਕੋਲ ਜਗ੍ਹਾ। ਜੇ ਇੱਕ ਜਗ੍ਹਾ ਪ੍ਰਪੋਜ਼ ਕਰਦੇ ਉਹ ਕਹਿੰਦੇ ਜੀ ਉੱਥੇ ਕਰੋ ਤਾਂ ਕਰਾਂਗੇ। ਦੂਏ ਗੁਰਦੁਆਰੇ ਉਹ ਭਾਈ ਤੁਹਾਨੂੰ ਇੱਕ ਤਾਂ ਖੋਲ੍ਹੋ ਨਾ, ਅਤੇ ਦੂਆ ਖੋਲ੍ਹਣ ਵਾਸਤੇ ਕਿਹਨੇ ਮਨਾ ਕੀਤਾ ਦਾ? ਕਿਸੇ ਨੇ ਮਨਾ ਤਾਂ ਨਹੀਂ ਕੀਤਾ ਨਾ। ਉਹੀ ਬੰਦੇ ਇੱਧਰ ਲਿਆਂਗੇ ਨੇ, ਉਹ ਵੀ ਤੁਹਾਨੂੰ ਦੱਸਣਗੇ। ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਜਿਹੜੀਆਂ ਅਸਲੀ ਚੀਜ਼ਾਂ ਸਨ ਨਾ, ਉਹਨਾਂ ਕੋਲ ਥੋੜ੍ਹਾ ਜਿਹਾ ਹਟ ਕੇ ਰਹੇ ਹਾਂ। ਹੁਣ ਜਿਹੜਾ ਮੈਨੂੰ ਟਾਪਿਕ ਅੱਜ ਤੁਹਾਨੂੰ ਦੇ ਦਿੱਤਾ ਦਾ ਕਿ ਭਾਈ ਸਾਡੇ ਸਾਹਮਣੇ ਪ੍ਰੋਬਲਮ ਕੀ ਹਨ, ਮਤਲਬ ਅਪਰਚੂਨਿਟੀਜ਼ ਕੀ ਹਨ ਅਤੇ ਚੈਲੰਜਸ ਕੀ ਹਨ। ਮੈਂ ਸਮਝਦਾ ਸਾਂ ਕਿਸੇ ਖਾਸ, ਇਹ ਵੀ ਜਰਾ ਓਪਨ ਜਿਹਾ ਟਾਪਿਕ ਹੋ ਗਿਆ। ਓਪਨ ਟਾਪਿਕ ਇਸ ਵਾਸਤੇ ਹੈ ਕਿ ਅਗਰ ਤੁਸੀਂ ਮੈਨੂੰ ਸਿਰਫ ਕਿਸੇ ਸਪੈਸੀਫਿਕ ਲਾਈਨ ਦੀ ਕਹਿੰਦੇ ਅਪਰਚੂਨਿਟੀ ਕੀ ਹਨ, ਚੈਲੰਜ ਕੀ ਹਨ, ਸ਼ਾਇਦ ਜ਼ਰਾ ਸਪੈਸੀਫਾਈ ਕਰਕੇ ਬੋਲਦੇ। ਪਰ ਐਨੀ ਹਾਓ ਕੋਈ ਗੱਲ ਨਹੀਂ, ਤੁਸੀਂ ਮੈਨੂੰ ਇੱਥੇ ਬੁਲਾਇਆ, ਮੈਂ ਤੁਹਾਡਾ ਧੰਨਵਾਦੀ ਹਾਂ। ਬੱਚਿਆਂ ਨੂੰ ਦੇਖ ਕੇ, ਛੋਟੀਆਂ ਬੱਚੀਆਂ ਨੂੰ ਦੇਖ ਕੇ, ਭੈਣਾਂ ਨੂੰ ਦੇਖ ਕੇ ਹੋਰ ਵੀ ਖੁਸ਼ੀ ਹੋ ਰਹੀ। ਦੇਖੋ ਜ਼ਿੰਦਗੀ ਇਨਸਾਨ ਦੀ ਐਸੀ ਹੈ ਕਿ ਕੋਈ ਸਟੇਜ ਤੁਹਾਡੀ ਜ਼ਿੰਦਗੀ 'ਚ ਐਸੀ ਨਹੀਂ ਹੋਏਗੀ ਜਿੱਥੇ ਤੁਹਾਨੂੰ ਕੋਈ ਨਾ ਕੋਈ ਕਸ਼ਟ, ਕੋਈ ਨਾ ਕੋਈ ਸਖਤੀ, ਕੋਈ ਨਾ ਕੋਈ ਮੁਸੀਬਤ ਤੁਹਾਡੇ ਸਾਹਮਣੇ ਖੜੀ ਨਾ ਹੋ। ਇਹ ਤੁਸੀਂ ਬਿਲਕੁਲ ਕੋਈ ਵੀ ਹੋਏ, ਪੜ੍ਹਾਈ ਦੀ ਹੋਏ, ਫਿਜ਼ੀਕਲ ਸਾਈਡ ਦੀ ਹੋਏ, ਮੈਂਟਲ ਸਾਈਡ ਦੀ ਹੋਏ, ਤੁਹਾਡੀ ਇਕਨੋਮਿਕ ਸਾਈਡ ਦੀ ਹੋਏ, ਤੁਹਾਡੀ ਨੌਕਰੀ ਦੀ ਹੋਏ, ਉਹ ਤੁਹਾਡੇ ਕੋਲ ਹਮੇਸ਼ਾ ਚੈਲੰਜਸ ਰਹਿਣਗੇ। ਔਰ ਇਹ ਜਿਹੜੇ ਚੈਲੰਜਸ ਹਨ ਇਹ ਟਾਈਮ ਟੂ ਟਾਈਮ ਬਦਲਦੇ ਰਹਿੰਦੇ। ਇਹ ਨਹੀਂ ਹੈ ਜਿਹੜੇ, ਮਤਲਬ ਮੈਂ ਮਿਸਾਲ ਦਿੰਦਾ ਕਿ ਇੱਕ ਟਾਈਮ ਐਸਾ ਸੀ, ਮਤਲਬ ਅੱਜ ਤੋਂ 40 ਸਾਲ ਪਹਿਲੇ ਦੀ ਗੱਲ ਕਰੀਏ, ਜਿਹੜੇ ਤੁਸੀਂ ਰਿਟਾਇਰ ਲੋਕ ਬੈਠੇ ਹੋ, ਜਿਹੜੇ ਇੱਥੇ ਬੈਠੇ ਨੇ,
ਜਿਸ ਤਰ੍ਹਾਂ ਹੁਣ ਜਗਜੀਤ ਜੀ ਸੂਦਨ ਸਾਹਿਬ ਗਏ ਨੇ, ਉਹ ਟਾਈਮ ਐਸਾ ਸੀ ਕਿ ਘਰੋਂ ਚੁੱਕ ਕੇ ਭੇਜ ਛੱਡਦੇ ਸਨ, ਵਜ਼ੀਫੇ ਨਾਲ ਦਿੰਦੇ ਸਨ, ਲੋਨ ਦੇਵਣ ਵਜ਼ੀਫਾ ਦੇਵਣ ਕੋਈ ਦੇਣ, ਤੇ ਤੁਸੀਂ ਡਿਗਰੀ ਕਰਕੇ ਆਉਂਦੇ ਸੋ ਤਾਂ ਤੁਹਾਨੂੰ ਨੌਕਰੀ ਮਿਲ ਜਾਂਦੀ ਸੀ। ਮੈਨੂੰ ਤਾਂ ਇੱਥੇ ਤੱਕ ਯਾਦ ਹੈ ਕਿ ਜਿਸ ਵੇਲੇ ਮੈਨੂੰ ਨੌਕਰੀ ਮਿਲੀ ਨਾ, ਮੈਂ ਡਿਗਰੀ ਕਰਕੇ ਆਇਆ ਤੇ ਮੈਂ ਚਾਹੁੰਦਾ ਸਾਂ ਕਿ ਮੈਂ MSc ਕਰ ਲਵਾਂ ਨਾਲ ਨਾਲ। ਅਗਰ MSc ਨਾਲ ਨਾਲ ਕਰਾਂ ਤਾਂ ਅਪਰਚੂਨਿਟੀਜ਼ ਹੋਰ ਜ਼ਿਆਦਾ ਹੋ ਜਾਣਗੀਆਂ। ਇੱਕ ਚਪੜਾਸੀ ਮੇਰੇ ਘਰ ਆ ਕੇ ਆਰਡਰ ਲੈ ਕੇ ਜੀ ਤੁਹਾਡੀ ਅਪਾਇੰਟਮੈਂਟ ਹੋ ਗਈ ਦੀ ਹੈ ਅਤੇ ਤੁਸੀਂ ਆਰਸਪੁਰੇ ਜੁਆਇਨ ਕਰਨਾ। ਮੈਂ ਸ਼੍ਰੀਨਗਰ ਪੜ੍ਹਿਆ ਦਾ ਸੀ, ਸ਼੍ਰੀਨਗਰ ਨਾਲ ਅਟੈਚਮੈਂਟ ਸੀ ਥੋੜ੍ਹੀ, ਉੱਥੇ ਰਹਿਣਾ ਪੈਣਾ ਸੀ, ਮਕਾਨ ਵੀ ਆਪਣਾ ਸੀ। ਹਾਂ ਤਾਂ ਮੈਂ ਇੱਧਰ ਦਾ, ਲੇਕਿਨ ਬੜੀ ਦੇਰ ਰਿਹਾ ਉੱਥੇ। ਮੈਨੂੰ ਬੜਾ ਦੁੱਖ ਹੋਇਆ ਅਤੇ ਮੈਂ ਕੀ ਕੀਤਾ ਕਿ ਮੈਂ 10 ਰੁਪਏ ਕੱਢੇ, ਕਿਉਂਕਿ ਪਿਓ ਮੇਰੇ ਦਾ ਮਾਲ ਸੀ, ਮੇਰਾ ਨਹੀਂ ਸੀ। 10 ਰੁਪਏ ਮੈਂ ਕੱਢੇ ਅਤੇ ਮੈਂ ਚਪੜਾਸੀ ਨੂੰ ਦਿੱਤੇ। ਮੈਂ ਕਿਹਾ ਯਾਰ ਤੂੰ ਆਰਡਰ ਵਾਪਸ ਲੈ ਜਾ ਅਤੇ ਇਹ ਮੇਰੀ ਤਰਫੋਂ 10 ਰੁਪਏ ਲੈ ਜਾ। ਕੋਈ 25 ਸਾਲ ਤੋਂ ਬਾਅਦ ਮੈਂ ਜੁਆਇੰਟ ਡਾਇਰੈਕਟਰ ਬਣ ਗਿਆ। ਮੈਂ ਸ਼੍ਰੀਨਗਰ ਗਿਆ, ਐਮਰਜੈਂਸੀ ਬੜੀ ਪੀਕ 'ਤੇ ਸੀ। ਉਹ ਬੰਦਾ ਮੈਨੂੰ ਮਿਲਿਆ, ਉਹ जिस दिन मेरे को आए ना, उत्थे के डायरेक्टर ने ड्यूटी लगाई कि साहब आए हैं, साहब का चाय पानी ये करना देखना, हमने मीटिंग पर जाना, ये तैयारी करनी है। वो आए थे हसे, जिले हसे तो मैं हूँ इतने गुरुद्वारा साहब बैठा था, मैं झूठ भी नहीं कहूँगा। मैं थोड़ा घबराया, मैं आख्या यार ये एजेंसी बड़ी पीक से है, मुसलमान है, कि मैंने देख के घड़ी घड़ी हसदा कोई सुख है कि नहीं, कि मेरा कोई प्लान तो नहीं बना रहा भाई करो काम है तो खलासी होए पाए। मैं थोड़ा घबराया था, थोड़ी जी 2-3 बारी मैं देखा तो मैं थोड़ी हिम्मत की थी। मैं असी आप तो कहते सन आम तौर पर पहले श्रीनगर। वो आया तो मैं कहा खान साहब मैंने आपसे एक बात करनी, जॉइंट डायरेक्टर चपड़ासी। कहने सर बोलो। मैं यार या तो मेरी शक्ल ऐसी है, पता नहीं आप उसको देख के हंसते हो, या पता नहीं और क्या मसला। जब अंदर आते हो तो हंसता। कहता है जी आप मुझे पहचानते हैं। मैं यार क्यों नहीं पहचानते, आप हमारे मुलाजिम हो, यहाँ काम करते हो दफ्तर में, क्यों नहीं पहचानता। कहता नहीं सर आप नहीं पहचानते। मैं क्या हुआ। कहता है मैं आपके घर आपकी अपॉइंटमेंट का ऑर्डर देने के लिए आया था। मैं क्या फिर आपने मुझे 10 रुपये दिए, मैनू याद आ गया। मैं कहा हाँ यार मैं 10 रुपये देते सन इस वास्ते कि ऑर्डर वापस ले जाए, मैनू नहीं चाहिए ऑर्डर। खैर मैं क्या अच्छा, मैं क्या फिर आप हंसते क्यों। कहता जनाब उस वक्त मेरी जो पे थी ना 20 रुपये थे। वो छोटे स्केल किन्ने सन, पे स्केल चपड़ासी की पे के ही होनी है, बड़ा पुराना सी। अगों उम्र लिखाई छोटियाँ तो नौकरी बड़ी बड़ी देर कर गए। कहता मेरी तनख्वाह 20 रुपये सी, जब 10 रुपये दिया मैंने कहा मेरी ईद तो आज ही हुई, तो वो मुझे 10 रुपये याद आ रहे हैं इसलिए मैं हंस रहा हूँ। यानी मेरा कहने का बच्चे ये मतलब है कि एक टाइम वो सी जिस वक्त तुहानू नौकरियां लैनियां, तुहानू कुछ पढ़ाई जाना, तुसीं बाहर हायर स्टडीज़ वास्ते जाना, जिहड़ा सी तुहाडे वास्ते कोई मुश्किल नहीं सी, क्योंकि गौरमेंट भेजदी सी। और दूसरी साइड ये भी है कि उस वक्त ये भी सी कि अगर फर्ज करो किसी ने इंजीनियरिंग करन जाना, किसी बंदे ने इंजीनियरिंग करन जाना, वो मैं अज भी सूदन साहब नाल गल कर रहा सा कि इंजीनियर करन जाना उन्होंने करनाटका, तमिलनाडु, महाराष्ट्र सीटां जाके देखनी पैंदियां सन। फिर जाता सी, फिर सोचते सन उन्होंने जमाने अजकल की तो ट्रैफिक है नहीं सी कि बाई एयर बैठा 2 घंटे बाद तुम बंबे पहुँच जाओगे या बेंगलोर पहुँच जाओगे या तमिलनाडु पहुँच जाओगे। ट्रेन इतों पठानकोट पुजना, पठानकोट तो ट्रेन से बहना, कितने दिनों बाद पुजना, फिर करें डिग्रियाँ करके तुम आते सो। काफ़ी देर बाद रीजनल कॉलेज श्रीनगर आ गया। वो उस वक्त दियाँ के सन चैलेंजेस सन बड़े वड्डे। अब और अपॉर्चुनिटी के सी कि गौरमेंट भेज रही सी, फ्री भेज रही सी, तुहाडे मां प्यो ते कोई ज़्यादा जोर नहीं सी। जिस तरह हुणे कहा गया कि असी जदों 47 इत्थे आए हैं, क्योंकि सारे लोग तो असी उसी कैटागरी चों हाँ ना, तो साड़ी उसले हालात के सी। असी आप किसी वक्त बैठते हैं जब सोचते हैं तो असी अपने माँ प्यो को सोच के ना कई दफ़ा बैठे बैठे उन्होंने नमस्कार करते हैं, सत श्री अकाल करते हैं कि यार इन्होंने लोगों ने कितनी मुसीबत करके सानू ठीक पासे लगाया, ये किया तो अज असी किसी जोगे हो गए। अज वो गल नहीं है। अगर उस वक्त इंजीनियरिंग करने वास्ते तुहानू इन्ना दूर जाना पैंदा सी। अज तो जम्मू च मेरे ख्याल 6 इंजीनियरिंग कॉलेज, तुहाडा अपना कॉलेज है, और तुसी बड़े लकी हो कि माइनॉरिटी कॉलेज है। माइनॉरिटी कॉलेज है कि तुहानू मिनिमम नंबर होंगे तो भी तुहानू एडमिशन मिल जाएगी, बाकी जगह तुहानू कंपटीशन करना पएगा। तुहानू एक बड़ी वड्डी अपॉर्चुनिटी है पढ़ने वास्ते। लेकिन
इस अपॉर्चुनिटी का किसी स्टेज पर यह मतलब नहीं कि अगर तुम मतलब मेहनत नहीं करोगे, लगन नाल नहीं पढ़ोगे, लगन नाल काम नहीं करोगे, तो तुम सोचोगे कि असीं किहड़े आसमान छू लांगे, वो बड़ी मुश्किल है। इस वास्ते अपॉर्चुनिटीज़ का यह मतलब है कि हर बंदे की जिंदगी में हर स्टेज पर हर जगह पर कोई ना कोई मसले जरूर खड़े रहते। और फिर अगों बंदे की नेचर कैसी है, बंदे की तबीयत कैसी है, बंदे की सोच कैसी है। सोच ये होंगी है, कई बंदे बड़े ओपन सोचते होंगे, कहते हाँ यार ये है मैं करना चाहता सा, मेरे अगे ये मुसीबत खड़ी हो गई है, तो जो मुसीबत खड़ी हो कहता कोई गल नहीं, अगर खड़ी हो गई लड़ांगा कि करांगा, चला निकल जाऊँगा। तो वो बंदा जो ना कामयाबी दर अगे बढ़ जाता, क्योंकि वो अगर ना उन्होंने कामयाबी मिले उस जी सोच सी ना वो कोई सीखेगा, तो अगली बार की जी अपॉर्चुनिटी आएगी उस वास्ते वो बिल्कुल तैयार है। तो जोड़ा बंदा फर्ज करो उसके सामने कोई ऐसा मसला आ गया, तो वो अगर उन्होंने लैके बह गया यार मेरा तो है ही कोई नहीं, और वो मेरा जोड़ा है कोई नहीं गल वो अज साढ़े समाज से बहुत ज़्यादा टुकती है। मैनू अच्छी तरह ये गल याद है, बच्चे जरा सुनो ध्यान नाल। एक वक्त से डॉक्टर मोदी होंगे सन, डॉक्टर मोदी ने किसी जगह कोई इंटरव्यू होना, किसी जगह कोई गल होनी, किसी बच्चे की सिफारिश कर देनी, वो बच्चे की नौकरी समझो पक्की। सरदार अमर सिंह IAS अफसर होया, बड़ा सीनियर अफसर होए, वो पब्लिक सर्विस कमीशन लगे सन। उन्होंने सारे सैकटरेट में एक कहावत सी कि सरदार अमर सिंह की कोई रिकमेंडेशन ऐसी नहीं आती जिहदे विच एक सिख नहीं होंदा। एक दफ़ा तो मैं उन्होंने अगे भी गल बड़ी बड़ी सुनाई, एक जगह तो उन्होंने सिफारिश क्या कर दी, जिस पोस्ट वास्ते बंदे ने अपलाई नहीं किया उस पोस्ट वास्ते उन्होंने रिकमेंड कर, उस कैंडीडेट ने उस पर्टिकुलर पोस्ट वास्ते अपलाई नहीं किया। उस सरदार से उन्होंने देखा सरदार कोई नहीं आया, उन्होंने क्या कर दो रिकमेंड। अच्छा हूँ जो नाल का कंपटीटर से वो चला गया मिनिस्टर को कि जनाब कौन से सरदार साहब बैठा दिए वहाँ पर, ये इस आदमी ने तो वहाँ इस पोस्ट के लिए अप्लाई नहीं किया, तो इसको उन्होंने रिकमेंड कर दिया। मिनिस्टर भी बड़ा साहसी मिर्ज़ा हसन बेग, उन्हें झुकिया टेलीफोन किया, कहता अमर सिंह जी ये तो सुना था कि आपकी कोई रिकमेंडेशन ऐसी नहीं आती जिसमें कोई एक ना एक सरदार भाई ना हो, लेकिन ये क्या करते हो कि आदमी ने अप्लाई नहीं किया तो उसको आपने रिकमेंड कर दिया। उसने कहा ऐसा हो गया जी? कहता हाँ। कहता अब आपको क्या प्रॉब्लम है सर, वो मुझे बताएं ना। कहता यार जिसका रह गया वो मेरे पास आया। कहता वो पागल उधर क्यों गया, उसको मेरे पास भेजो ना। वो मारे इन्होंने बुला लिया अपने दफ्तर, फैक्चुअल गल दस रहे मैं तेन, दफ्तर बुला लिया तो उन्होंने बुलाया बेटे क्या गल है, उन्हें कह दी नहीं। कहता यार उन्हें पता क्या होया, तेन की सरदर्दी लगी है, तू अपना मसला दस, तेरा क्या मसला। कहता जी मेरी नौकरी चली गई तो मेरा मसला पुछदी तुम लगे थे। उन्हें क्या बैठ जा 2 मिनट। उन्हें चुक्या चुक के उस डायरैक्टर कंसर्न को टैलीफोन किया कि तेरे को अकोमोडेशन आई है तो बंदे की अपॉइंटमेंट हो गई है। कहला हाँ। कहता इस बंदे ने चुक के ना दूसरी जगह शिफ्ट कर दे तो ये वाली पोस्ट खाली कर दे। उसने कहा कि डन। कहता डन नहीं, कापी मैंने दे के नंबर दे। उन्हें कहा कि नंबर मैं हुणे मंगा के दे देना, ऑर्डर में कर देना। उन्हें ऑर्डर करता, उसने चुके चुक के दूआ ऑर्डर किया, उसकी रिकमेंडेशन भेजी, वो भी नौकरी लग गया तो दूआ सरदार की नौकरी। यानी उस वक्त ये माहौल सी। लेकिन बेटा अज याद रखियो गल, अज ना तुहाडे कोल कोई MLA है तुहाडा, ना तुहाडे कोल कोई मंत्री है ऐसा, ना तुहाडे कोल कोई लीडर है ऐसा, ना तुहाडे कोल कोई सोसाइटी ऐसी जिहड़ा जाके तुहाडे नाल खड़ा हो जाएगा, तुहानूं करेगा। इत्थे अगर तुहानूं कोई मदद करेगा, कोई केवल तुहाडे वास्ते कोई सोचेगा, वो सिर्फ तुहाडी अपनी मेहनत सोच होएगी, वो तुहाडी अपना जिहड़ी कैपेसिटी है, इंटैलीजेंस है, वो होएगी। क्योंकि इसी वास्ते कहते हैं ना, जिहड़े लोग ऑप्टीमिस्टिक होंदे ना, वो हर चैलेंज नूं अपॉर्चुनिटी समझते हैं। वो समझते हैं कि ये चैलेंज मेरे सामने आया है, इसका मतलब ये कोई ना कोई चीज़ लुकी दी है, छुपी दी है, जिन्होंने मैं करना है। कोई गल नहीं, अगर इस चीज़ ना मिली मैनू अगले बारी मिलेगी, वो बंदा हमेशा सक्सैसफुल रहेगा। जिहड़े बंदे ने उन्होंने दिल छड़ के टै ढेरी हो गया ना, वो बंदा बह गया। इस वास्ते तुसीं 2 गल्लां करनियां पक्की। एक गल तो पल्ले बन के रखियो बेटा, तुसीं छोटे हो, तुहाडे अगे जिंदगी पई दी है। हार्ड वर्क का कोई शॉर्टकट नहीं। अगर तुसीं जिंदगी कोई करना है, भावें वो स्पोर्ट्स है, भावें वो कोई एजुकेशन है, भावें वो कोई टैक्नीकल लाइन है, भावें वो कोई क्लैरिकल लाइन है, कोई भी लाइन तुसीं लै लो ना, जिस पासे भी तुसीं जाना चाहोगे,
जिस दिन जाओगे ना ਉਹਦਾ ਸ਼ਾਰਟਕਟ ਕੋਈ ਨਹੀਂ, ਉਹਦੇ ਸਿਰਫ ਤੇ ਸਿਰਫ ਤੁਹਾਡੀ ਮਿਹਨਤ ਹੈ, ਔਰ ਜਿੰਨੀ ਤੁਸੀਂ ਮਿਹਨਤ ਕਰੋਗੇ ਉਹ ਰੰਗ ਤੁਹਾਨੂੰ ਜ਼ਰੂਰ ਦੇਗੀ। ਹੁਣ ਸਾਡੇ ਜਿਹੜੇ ਮਸਲੇ ਨਾ, ਉਹ ਜਿਹੜੀਆਂ ਸਾਡੇ ਚੈਲੰਜਸ ਹਨ ਉਹ ਹੋਰ ਜ਼ਿਆਦਾ ਵੱਧ ਜਾਣ, ਸਾਡੇ ਮਸਲੇ ਹੋਰ ਜ਼ਿਆਦਾ ਵੱਧ ਜਾਣ। ਕਿਉਂ ਵੱਧ ਜਾਣ? ਇੱਕ ਤਾਂ ਸਾਡੀ ਪੂਰੀ ਸਟੇਟ ਵਿੱਚ ਅਸੀਂ ਜਿੰਨੇ ਮਰਜ਼ੀ ਜਕਾਰੇ ਛੱਡੀਏ, ਜਿੰਨੇ ਮਰਜ਼ੀ ਨਾਅਰੇ ਮਾਰਦੇ ਰਹੀਏ, ਸਾਡੀ ਪਾਪੂਲੇਸ਼ਨ ਬੜੀ ਘੱਟ ਹੈ। ਮਨਿਆਟੀ ਤਾਂ ਹਾਂ, ਮਨਿਆਟੀ ਵੀ ਮਾਈਕਰੋਸਕੋਪਿਕ ਮਨਿਆਟੀਆਂ ਹਾਰਡਲੀ 1.93 ਦੇ ਕੋਲ 1.9 ਅਸੀਂ ਰਾਊਂਡ ਫਿਗਰ ਕਹਿ ਦਿੰਦੇ ਹਾਂ 2% ਹਨ ਜੀ, ਐਂਡ ਐਕਚੁਅਲੀ 1.87 ਦੇ ਕਰੀਬ ਕੋਈ ਸਾਡੀ ਪਾਪੂਲੇਸ਼ਨ ਹੈ। 1.87 ਟੋਟਲ ਪਾਪੂਲੇਸ਼ਨ ਦਾ ਸਾਡਾ ਹਿੱਸਾ ਹੈ ਇਸ ਸਟੇਟ ਵਿੱਚ। ਇਤਨੀ ਛੋਟੀ ਜਿਹੀ ਪਾਪੂਲੇਸ਼ਨ, ਪੋਲੀਟੀਕਲ ਰਿਪਰੈਜ਼ੈਂਟੇਸ਼ਨ ਕੋਈ ਨਹੀਂ, ਕੋਈ ਸਾਡੇ ਕੋਲ ਐਸਾ ਲੀਡਰ ਨਹੀਂ ਜਿਹਦੇ ਕੋਲ ਚਲੇ ਜਾਈਏ, ਅਤੇ ਜੇ ਅਗਰ ਕੋਈ ਦੋ ਹੈ ਵੀ ਸਨ ਉਹ ਵੀ ਹੁਣ ਅੱਜ ਕੱਲ੍ਹ ਹੋਏ ਨਾ ਹੋਏ ਬਰਾਬਰ ਹੀ ਮੈਨੂੰ ਲੱਭਦੇ ਨੇ। ਤਾਂ ਇਸ ਕਰਕੇ ਜਿਸ ਵਕਤ ਵੀ ਕੁਛ ਕਰਨਾ ਉਹਨੂੰ ਤੁਸੀਂ ਆਪਣੇ ਆਪ 'ਤੇ ਲੈਣਾ, ਆਪੇ ਮਿਹਨਤ ਕਰਨੀ ਹੈ, ਔਰ ਤੁਹਾਡੀ ਮਿਹਨਤ ਕਦੇ ਵਿਫਲ ਹੋ ਹੀ ਨਹੀਂ ਸਕਦੀ। ਇੱਕ ਟਾਈਮ ਸੀ ਜਿਸ ਵਕਤ ਅਸੀਂ ਕੀ ਕਰਦੇ ਹੁੰਦੇ ਸਾਂ, ਮੇਰਾ ਬੱਚਾ ਇੰਜੀਨੀਅਰ ਬਣਨਾ ਚਾਹੀਦਾ, ਮੇਰਾ ਬੱਚਾ ਡਾਕਟਰ ਬਣਨਾ ਚਾਹੀਦਾ, ਬਣਾਓ ਡਾਕਟਰ, ਕੋਈ ਗੱਲ ਨਹੀਂ, ਕੋਈ ਦਿੱਕਤ ਨਹੀਂ। ਜਿਹੜੇ ਡਾਕਟਰ ਨੂੰ ਕਹਿੰਦੇ ਯਾਰ ਛੱਡੋ ਪਰੇ ਡਾਕਟਰੀ ਨੂੰ, 6 ਸਾਲ ਤੋਂ ਪਹਿਲੇ ਡਾਕਟਰੀ ਇੱਥੇ ਪੜ੍ਹਦਾ ਰਹਿੰਦਾ ਅਤੇ MBBS ਨੂੰ ਪੁੱਛਦਾ ਕੋਈ ਨਹੀਂ, ਫਿਰ ਮੈਂ ਉਹਨੂੰ ਫਿਰ 2-2.5 ਸਾਲ ਕਰੇ ਹੋਰ ਢੂੰਡਾਂਗਾ, ਕੁਝ ਕਰਾਂਗਾ। ਅੱਜ ਕੱਲ੍ਹ ਇਤਨੀਆਂ ਜ਼ਿਆਦਾ ਲਾਈਨਸ ਆ ਗਈਆਂ ਨੇ, ਇਤਨੀ ਜ਼ਿਆਦਾ ਅਪਰਚੁਨਿਟੀਜ਼ ਆ ਗਈਆਂ ਕਿ ਇਹ ਤੁਹਾਡੇ ਵਾਸਤੇ ਹੈ। ਤੁਸੀਂ ਡਿਸਾਈਡ ਕਰੋ, ਮਾਂ ਪਿਓ ਜੋ ਮਰਜ਼ੀ ਕਹਿੰਦੇ ਰਹਿਣ, ਤੁਸੀਂ ਇਹ ਡਿਸਾਈਡ ਕਰੋ ਕਿ ਮੈਂ ਆਪਣੇ ਕੈਰੀਅਰ ਵਾਸਤੇ, ਆਪਣੀ ਫਿਊਚਰ ਵਾਸਤੇ ਕਿਹੜੀ ਲਾਈਨ ਨੂੰ ਸਿਲੈਕਟ ਕਰਾਂ। ਮੇਰੇ ਸਾਹਮਣੇ ਹੁਣੀ ਇਹ ਸਾਡੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਸਾਈਡ 'ਤੇ ਬੋਲ ਰਹੇ ਸਨ, ਇਹ ਹੁਣੀ ਤੁਹਾਡੇ ਨਾਲ ਓਲੰਪਿਕਸ ਦੀ ਗੱਲ ਕਰ ਰਹੇ ਸੀ। ਅੱਜ ਦੀ ਗੱਲ ਹੈ, ਅੱਜ ਦੀ ਰਾਣੀ ਰਾਮਪਾਲ ਕੋਲ ਹਾਕੀ ਨਹੀਂ ਸੀ ਖੇਡਣ ਵਾਸਤੇ, ਰਾਣੀ ਰਾਮਪਾਲ ਕੋਲ ਆਪਣੀ ਹਾਕੀ ਨਹੀਂ ਸੀ ਖੇਡਣ ਵਾਸਤੇ, ਬਾਹਰ ਜਾ ਕੇ ਦੇਖਦੀ ਰਹਿੰਦੀ ਸੀ। ਉਹ ਕਿਸੇ ਨੇ ਦੇਖਿਆ ਇਹ ਕੁੜੀ ਰੋਜ਼ ਆਉਂਦੀ ਹੈ ਅਤੇ ਖੇਡਦੀ ਨਹੀਂ। ਉਹਨੇ ਕਿਹਾ ਕਾਕੀ ਤੂੰ ਖੇਡਦੀ ਕਿਉਂ ਨਹੀਂ? ਕਹਿੰਦੀ ਮੇਰੇ ਕੋਲ ਹਾਕੀ ਨਹੀਂ। ਉਹ ਪਰੇਸ਼ਾਨ ਵੀ ਹੋਇਆ ਵੀ ਮੇਰੀ ਮਦਦ ਕਰਾਂ, ਪਰ ਪੈਸਾ ਘੱਟ ਸੀ। ਉਹਨੇ 2-3 ਦਿਨ ਬਾਅਦ ਉਹਨੂੰ ਟੁੱਟੀ ਹਾਕੀ ਦੇ ਦਿੱਤੀ। ਉਹ 2-4 ਉਹਨੇ ਮਾਰੇ, ਇੱਟਾਂ ਸ਼ਿੱਟਾਂ ਮਾਰੀਆਂ ਤਾਂ ਉਹ ਮਾਰ ਟੁੱਟ ਗਈ, ਉਹ ਡੰਡੇ ਨਾਲ ਹੀ ਲੱਗੀ ਰਹੀ। ਅੱਜ ਉਹ ਰਾਣੀ ਰਾਮਪਾਲ ਜਿਹੜੀ ਹੈ ਉਸ ਦਾ ਨਾਮ ਦੇਖੋ ਕਿੱਥੇ ਹੈ। ਤੁਹਾਡੇ ਜਿਹੜੇ ਮੈਨਸ ਹਾਕੀ ਟੀਮ ਹੈ, ਇਹਦੇ 2 ਬ੍ਰਦਰ ਭਾਈ ਹਨ ਜਿਨ੍ਹਾਂ ਨੇ 2 ਖਾਲਸਾ ਨੇ ਜਿਹੜੇ ਗੋਲ ਜ਼ਿਆਦਾ ਮਾਰੇ ਦੇ, ਉਹਨਾਂ ਵਿੱਚ 2 ਕਜ਼ਨ ਹਨ, ਔਰ ਇੱਕ ਜਿਹੜਾ ਉਹ ਚਾਚੇ ਦੇ ਘਰ ਪੰਜਾਬ ਵਿੱਚ ਪੜ੍ਹ ਰਿਹਾ, ਪਿਓ ਦਾ UP 'ਚ ਬੈਠਾ ਹੈ, ਔਰ ਸਭ ਤੋਂ ਬਿਊਟੀਫੁਲ ਗੋਲ ਉਹਨਾਂ ਦੇ ਮੁੰਡਿਆਂ ਨੇ ਮਾਰੇ ਦੇ। ਅਪਰਚੁਨਿਟੀ ਹੈ, ਮਿਹਨਤ ਹੈ, ਲਗਨ ਹੈ, ਕੋਸ਼ਿਸ਼ ਹੈ। ਤੁਸੀਂ ਸਪੋਰਟਸ ਵਿੱਚ ਜਾਓ, ਤੁਸੀਂ ਐਜੂਕੇਸ਼ਨ ਵਿੱਚ ਜਾਓ, ਤੁਸੀਂ ਕਿਸੇ ਕਲੈਰੀਕਲ ਜੌਬ ਵਿੱਚ ਚਲੇ ਜਾਓ, ਤੁਸੀਂ ਜਰਨਲਿਜ਼ਮ ਵਿੱਚ ਚਲੇ ਜਾਓ। ਦੇਖੋ ਇੱਕ ਟਾਈਮ ਸੀ, ਮੈਂ ਅਗਰ ਗਿਣਨ ਲੱਗਾ ਕਿ ਸਾਡੇ ਕੋਲ ਹਰ ਲਾਈਨ ਦੇ ਉੱਪਰ ਸਾਡੇ ਕੋਲ ਅੱਛੇ ਖਾਲਸੇ ਜਿਹੜੇ ਨੇ ਬੜੇ ਹਾਈ ਰੈਂਕਸ ਤੋਂ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ, ਹੈਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ ਨੇ, ਡਾਇਰੈਕਟਰ ਰਿਟਾਇਰ ਹੋਏ ਨੇ, ਚੀਫ ਕੰਜ਼ਰਵੇਟਰ ਆਫ ਫਾਰੈਸਟ ਕਿਤਨੇ ਸਾਡੇ ਰਿਟਾਇਰ ਹੋਏ ਨੇ, ਬਹੁਤ ਅੱਛੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ। ਲੇਕਿਨ ਹੁਣ ਦੀ ਜਿਹੜੀ ਇਸ ਵਕਤ ਦਾ ਚੈਲੰਜ ਹੈ, ਇਸ ਵਕਤ ਦਾ ਚੈਲੰਜ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਵੀ ਉਹੀ ਬਣ ਜਾਓਗੇ, ਬਿਲਕੁਲ ਨਹੀਂ ਬਣੋਗੇ ਤਦ ਜਿਸਲੇ ਤੁਸੀਂ ਮਿਹਨਤ ਕਰੋਗੇ, ਤੁਸੀਂ ਲਗਨ ਨਾਲ ਕੰਮ ਕਰੋਗੇ, ਘਬਰਾਓਗੇ ਬਿਲਕੁਲ ਨਹੀਂ। ਪੱਕੀ ਡਿਟਰਮੀਨੇਸ਼ਨ ਕਰਕੇ ਰੱਖੋ, ਪੱਕੀ ਡਿਟਰਮੀਨੇਸ਼ਨ ਕਰਕੇ ਰੱਖੋ, ਔਰ ਕੂਲ ਰਹੋ, ਕਾਮ ਰਹੋ, ਕਰਦੇ ਰਹੋ। ਔਰ ਐਸਾ ਮੌਕਾ ਆਏਗਾ, ਤੁਸੀਂ ਇੱਕ ਮੌਕੇ ਲੱਭਦੇ ਹੋ, ਕਈ ਦਫਾ ਤੁਹਾਡੇ ਕੋਲ 3 ਮੌਕੇ ਖੜੇ ਹੋ ਜਾਣਗੇ, ਅਤੇ ਤੁਹਾਨੂੰ ਇਹ ਦੇਖਣਾ ਪਏਗਾ ਯਾਰ ਮੈਂ ਤਾਂ ਇੱਕ ਵਾਸਤੇ ਸੋਚਦਾ ਸਾਂ, ਮੇਰੇ ਕੋਲ 3 ਆ ਗਏ, ਜਾਵਾਂ ਕਿਹੜੇ ਪਾਸੇ। ਉਸ ਵਕਤ ਕਈ ਦਫਾ ਐਸੀ ਸਿਚੁਏਸ਼ਨ ਆ ਜਾਂਦੀ ਹੈ ਕਿ ਮਾਂ ਪਿਓ ਵੀ ਫੇਲ ਹੋ ਜਾਂਦੇ ਨੇ ਕਿ ਮੈਂ ਬੱਚੇ ਨੂੰ ਕੀ ਆਖਾਂ ਵੀ ਕਿਹੜੇ ਪਾਸੇ ਜਾ, ਕਿਉਂਕਿ ਕੱਲ੍ਹ ਗਿਆ ਤੇ ਇਹਨੂੰ ਪਸੰਦ ਨਾ ਆਇਆ, ਨਹੀਂ ਕਿ ਮੇਰੇ ਪਿਓ ਨੇ ਖਰਾਬ ਕੀਤਾ। ਤਾਂ ਐਸੇ ਮੌਕੇ ਆਉਣਗੇ, ਲੇਕਿਨ ਇਹ ਮੌਕੇ ਤਦ ਆਉਣਗੇ ਜਿਤਨੇ ਚੈਲੰਜਸ ਤੁਹਾਡੇ ਸਾਹਮਣੇ ਆਉਣ, ਜਿਤਨੀਆਂ ਤਕਲੀਫਾਂ ਤੁਹਾਡੇ ਸਾਹਮਣੇ ਆਉਣ, ਉਹਦੇ 'ਤੇ ਤੁਸੀਂ ਹਮੇਸ਼ਾ ਹਾਰਡ ਵਰਕ ਕਰੋ, ਉਸ ਨੂੰ ਚੈਲੰਜ ਸਮਝੋ, ਔਰ ਚੈਲੰਜ ਦੇ ਵਿੱਚ ਸਮਝੋ ਕਿ ਮੈਨੂੰ ਇੱਕ ਅਪਰਚੁਨਿਟੀ ਮਿਲੀ ਹੈ ਜਿਹਦੇ ਤੋਂ ਮੈਂ ਸਿੱਖਣਾ। ਉਹ ਕਹਿੰਦੇ ਨਾ ਕਿ ਕੋਈ ਬੰਦਾ ਫੇਲ ਹੋ ਜਾਂਦਾ, ਉਸ ਫੇਲ ਦੇ ਵਿੱਚ ਉਹਦੀ ਸਕਸੈਸ ਪਈ ਦੀ, ਉਹ ਜਿਹੜਾ ਫੇਲੀਅਰ ਹੈ ਨਾ, ਉਸ ਫੇਲੀਅਰ ਦੇ ਵਿੱਚ ਉੱਥੇ ਸਕਸੈਸ ਹੈ। ਇਹ ਹੁਣੇ ਗੱਲ ਕਰ ਰਹੇ ਸਨ, ਹਾਕੀ ਦੀ ਗੱਲ ਕਰ ਰਹੇ ਸਨ, ਪਤਾ ਨਹੀਂ ਤੁਸੀਂ ਕਦੇ ਨਾਂ ਸੁਣਿਆ ਨਹੀਂ ਸੁਣਿਆ, ਇੱਥੇ ਇੱਕ ਹਾਕੀ ਦੇ ਪਲੇਅਰ ਹਨ ਸਰਦਾਰ ਦਲੇਰ ਸਿੰਘ ਮੇਰੇ ਕਜ਼ਨ, ਰੀਅਲ ਕਜ਼ਨ ਹੈ। ਉਹ ਸਾਰੀ ਉਮਰ ਹਾਕੀ ਖੇਡਦਾ ਰਿਹਾ, ਅਸੀਂ ਉਸ ਤੋਂ ਸਿੱਖ ਕੇ ਹਾਕੀ ਖੇਡੀ।
ਉਹਨੇ ਸਾਡੇ ਘਰ ਵਿੱਚ ਨਾ श्रीनगर ਨਾਲ ਦੱਸਾਂ ਸੀ ਕੋਈ ਸੀਮਿੰਟ ਦੀ ਦੀਵਾਰ ਦੀ ਪੂਰੀ ਪੱਕੀ ਛੋੜੀ ਮਾਰ ਮਾਰ ਕੇ ਸੀਮਿੰਟ ਤੋੜ ਦਿੰਦਾ ਸੀ ਤੇ ਉਹ ਸਾਰੇ ਆਖਦੇ ਸਨ ਯਾਰ ਇਹਦੇ ਦੁਆਰਾ ਹੀ ਨਹੀਂ ਛੱਡਦਾ ਲੇਕਿਨ ਖੇਡ ਨਹੀਂ ਸਿਰਫ ਹਾਕੀ ਇਸ ਲਗਨ ਨਾਲ ਕਿ ਮੈਂ ਹਾਕੀ ਜੋ ਸ਼ਾਇਦ ਗਿਆ ਉਹਨੇ ਇੰਡੀਆ ਰਿਪਰੈਜ਼ੈਂਟ ਕੀਤਾ ਲੇਕਿਨ ਸਟੇਟ ਤੇ ਕਈ ਵਾਰੀ ਰਿਪਰੈਜ਼ੈਂਟ ਕੀਤੀ ਉਹਨੇ ਆਰਮੀ ਜੁਆਇਨ ਕਰ ਲਈ ਆਰਮੀ ਜੁਆਇਨ ਕਰ ਲਈ ਕਿ ਉੱਥੇ ਸ਼ਾਇਦ ਮੈਨੂੰ ਓਪਰਚੁਨਿਟੀ ਜ਼ਿਆਦਾ ਮਿਲਣਗੀਆਂ ਪਾਸ ਆਊਟ ਜਿਹੜੇ ਹੋਇਆ ਤਾਂ ਉਹਨੂੰ ਭੇਜਤਾ ਉਹਦੇ ਮੇਘਾਲਿਆ ਸਾਈਡ 'ਤੇ ਅੱਗੇ ਅੱਛਾ ਉੱਥੇ ਜਿਹੜਾ CEO ਮਿਲਿਆ ਉਹ ਵਤਨ ਹੀ ਨਾ ਦੇ ਇਹ ਤਾਂ ਆਪਣੀ ਹਾਕੀ ਸ਼ਾਕੀ ਚਲਾਏ ਪਰ ਉਹਨੂੰ ਉੱਥੇ ਚਾਂਸ ਨਾ ਮਿਲੇ ਅਲਟੀਮੇਟਲੀ ਉਹਨਾਂ ਦਾ ਕੋਈ ਆਲ ਇੰਡੀਆ ਲੈਵਲ ਦਾ ਕੋਈ टूर्नामेंट होया तो उन्होंने लिस्ट कटी उन्होंने कहा यार देखो ज़रा कोई बंदे कटो इतों उन्होंने सेंटर तो टेलीफोन किया कि आपके पास ऐसा कोई ऑफिसर है दिलेर सिंह नाम का कहता हाँ है कहता वो उसको आपने इस टीम में क्यों नहीं शामिल किया कहता जनाब यहाँ ड्यूटीज़ बढ़ी हैं उसने कहा ड्यूटीज़ के लगते उसका एक कैरियर है उसकी एक अपॉर्चुनिटी है अब तो हमने टीम सेलेक्ट कर ली है उसको एज एम्पायर क्योंकि वो पटियाला उतो एम्पायरी का कोर्स करके आया था एज एम्पायर ही वैन और देर आफ्टर ही लैफ्ट दी जाए उन्हें रिक्वेस्ट भेजी नौकरी तो आ गई इतने आया इन्होंने डिप्टी डायरेक्टर स्पोर्ट्स लगा तक मेरा ख्याल कुछ दिन लगे सिर्फ कुछ दिन इतने जम्मू चलता सी सादिक साहब जा रहे थे उन्हें कार रोकी उसका रोको ये इसको बुलाओ ये दिलेर है वो कहता तुम आर्मी में तुम कहाँ घूम रहे हो कहता जनाब मैंने आर्मी छोड़ दी कहता क्यों कहता जनाब ये लंबी कहानी मैं बाद में बताऊँगा लेकिन इसमें आर्मी छोड़ दी है कहता कल सेक्रेट में आ जाए 10 बजे पूरे आ जाना महाराज इस चला गया ये सोचा भाई 10 बजे मैंने वड़न कौन देगा सेक्रेटरी जो 3 बजे पास देंगे तो मैं किधर जाऊँगा इन्हें जाके कि टेलीफोन किसी को कराया वो पीए लोग मैंने उन्हें बुलाया था कहना हाँ आपका नाम लिखा हुआ है तो कहता मैं आऊँगा किस तरह कहता मैं आपका गेट पे नाम लिखा दूँगा गया उन्हें DGP ने बुलाया उन्होंने कहना डायरेक्ट DSP लगा इसको डायरेक्ट DSP अपॉइंट कर DGP बोल नहीं सकता बोल इस वास्ते नहीं सकता कि चीफ मिनिस्टर बोल रहे हैं उसने कहा